7-8 साल तो तुसीं मधुमक्खियां दा काम करदे हो, इहदी ट्रेनिंग लैनी पैंदी जिवें? हाँ जी सर, ट्रेनिंग ले लोगे तो थोनों काम करन दा सौखा हुंदा। जे कई प्रॉब्लम आउंदी है, बीमारियां आउंदी है, उहदी पहचान छेती तो छेती हो जाती है। इहदे करके आपां उत्थों ट्रेनिंग लेता जी। मक्खी आखे लग जाती है, कई बार कहते मूँह के अंदर चल जाए बंदा मर जाता, कोई है इधर? नहीं सर, इदा दा कोई प्रॉब्लम नहीं है। ये मधुमक्खियां आ सर, ਜਿਹੜੇ ਇਹ ਪਾਲਤੂ ਹੁੰਦੀ ਹੈ, ਇਹਦੀ ਬੀਸ ਉਨਾ ਨਹੀਂ ਹੁੰਦਾ। ਜੇ ਆਪਾਂ ਪੀਰ ਵਾਲੀ ਹੁੰਦੀ ਹੈ ਉਹਦਾ ਥੋੜਾ ਵੱਧ ਬੀਸ ਹੁੰਦਾ, ਇਹਦਾ ਘੱਟ ਹੁੰਦਾ। ਜੇ ਆਪਾਂ ਨੂੰ ਲੜ ਵੀ ਜਾਵੇ ਇਹਦਾ ਕੋਈ ਵੱਡੀ ਨੁਕਸਾਨ ਨਹੀਂ ਹੈਗਾ। ਜਿਹੜੇ ਅਣਜਾਣ ਬੰਦੇ ਨੇ, ਜਿਹਦੇ ਕਿਨੂੰ ਕਦੇ ਲੜਿਆ ਨਹੀਂ, ਉਹ ਮਾੜਾ ਮੋਟਾ ਸੁੱਜੂਗਾ, ਪਰ ਇਹਦਾ ਇਹੀ ਜਿਹਾ ਗੱਲ ਨਹੀਂ ਹੈ, ਕੋਈ ਖਤਰਾ ਨਹੀਂ ਹੈ, ਬੜਾ ਖਤਰਾ ਨਹੀਂ ਹੈ। ਇੱਥੇ ਡਰਨਾ ਨਹੀਂ ਚਾਹੀਦਾ ਇਹਨਾਂ। मैं वेख रहा सी तुसीं हत्थ नाल कड्ढी जांदे हो, मतलब आम बंदा डरदा आ, ते इहदे कोई कैमिकल लाउणा पैंदा, कोई दवाई हुंदी, मैडिसिन कि नहीं? नहीं सर, ਇਹਦਾ ਕੋਈ ਮੈਡੀਕਲ ਨਹੀਂ ਹੁੰਦਾ। ਜਿਹੜੀ ਇਹਦੀ ਤਰੀਕਾ ਹੁੰਦੀ ਹੈ, ਆਪਾਂ ਉਹੀ ਗੱਲ ਤੁਹਾਨੂੰ ਪਹਿਲੇ ਕਿਹਾ ਕਿ ਜੇ ਟ੍ਰੇਨਿੰਗ 'ਚ ਜਾਈਏ, ਆਪਾਂ ਟ੍ਰੇਨਿੰਗ 'ਚ ਇਹੀ ਸਿਖਾਉਂਦਾ ਕਿ ਡੱਬੇ ਨੂੰ ਆਪਾਂ ਖੋਲੀਏ ਕਿਵੇਂ। ਜੇ ਆਪਾਂ ਖੋਲਦੇ ਹਾਂ, ਅਣਜਾਣ ਬੰਦੇ ਐ ਝਟਕਾ ਲਾ ਕੇ ਖੋਲੂਗਾ, ਇਹਨੂੰ ਡਰ ਲੱਗਦਾ ਮੱਖੀਆਂ ਨੂੰ, ਫਿਰ ਇਹ ਲੜ ਜਾਂਦੀ ਹੈ। ਇਹਨੂੰ ਟਾਈਮ ਹੁੰਦਾ ਕਿ ਕਿੰਨੇ ਟੈਂਪਰੇਚਰ 'ਚ ਖੋਲਣਾ ਪੈਂਦਾ ਤੇ किस तरह की खोलना पैंदा। हिलाउणा नहीं चाहिए, आराम नाल खोलो। लड़ तो कई बार सानू भी जांदा, तां दबदी है, साडे हत्थ नाल कोई दबी जाती है, धोखा नाल तां लड़दी है ना, तो ऊँ नहीं लड़दी है। अच्छा, जिहड़ियां मधुमक्खियां शहद बनाउंदियां, शहद किवें बना लैंदियां, जिवें चूसदियां ने? सर जी, मधुमक्खियां जब फुल्लां 'च जांदी आ, उस टाइम की हुंदा, वो पानी वर्गे हुंदा। पर मधुमक्खियां दे पेट दे विच ਇਹੋ ਜਿਹਾ गुण हुंदा कि वो पानी चुस के ਉਹਦੇ पेट ਦੇ ਵਿੱਚ ਹੀ ਫਿਲਟਰ ਹੋਈ ਜਾਂਦਾ। ਜਦ ਉਹ ਸ਼ਹਿਦ ਬਣ ਜਾਂਦਾ, ਫਿਰ ਉਹ ਡੱਬੇ ਦੇ ਵਿੱਚ ਜਾ ਕੇ ਇੱਕ ਆਪਾਂ ਕਹਿੰਦੇ ਆ ਕਿ ਉਲਟੀ ਕਰਨਾ, ਉਹ ਜਿਹੜੀ ਪੇਟ ਦੇ ਵਿੱਚ ਉਹ ਛੱਤੇ ਦੇ ਵਿੱਚ ਉਲਟੀ ਕਰ ਦਿੰਦਾ। ਫਿਰ ਉਹਦਾ ਕਈ ਕੰਮ ਜਿਹੜੇ ਅੰਦਰ ਮੱਖੀ ਹੁੰਦੇ ਨੇ, ਉਹ ਉਹਨੂੰ ਫਿਲਟਰ ਕਰਕੇ ਆਪਣੇ ਥਾਂ ਤੇ ਸੈੱਟ ਕਰਕੇ ਰੱਖਦੇ ਨੇ, ਤੇ ਉਹੀ ਸ਼ਹਿਦ ਬਣ ਜਾਂਦਾ। ਉਹਨੂੰ ਸ਼ਹਿਦ ਕਹਿੰਦੇ ਆਪਾਂ। ਇੱਕ ਮਧੂਮੱਖੀਆਂ ਦਾ ਉਲਟੀ ਹੋ ਗਿਆ। अच्छा, ਜਿਹੜੇ ਤੁਸੀਂ ਡੱਬੇ ਰੱਖੇ ਹੋਏ ਨੇ, ਕਾਫੀ ਡੱਬੇ ਮੈਂ ਦੇਖ ਰਿਹਾ ਰੱਖੇ ਹੋਏ ਨੇ, ਇਹ ਫਿਰ ਤੁਸੀਂ ਜਦੋਂ ਲੈ ਕੇ ਜਾਂਦੇ ਹੋ, ਕਿਤੇ ਟਰੈਵਲ ਕਰਦੇ ਹੋ, ਕਿਵੇਂ ਕਰਦੇ ਹੋ ਫਿਰ? ਸਰ ਜੀ, ਇਹਦਾ ਤਾਂ ਮੇਨ ਕਾਰਨ ਹੈ ਕਿ ਦਿਨੇ ਮੱਖੀ ਸਾਰੇ ਪਾਸੇ ਫਿਰਦਾ ਰਹਿੰਦਾ। ਇਹਨੂੰ ਆਪਾਂ ਦਿਨੇ ਨਹੀਂ ਚੱਕ ਸਕਦੇ। ਦਿਨੇ ਚੱਕੂਗਾ ਤਾਂ ਸਾਡਾ ਜਿਹੜਾ ਇੱਥੇ ਮੱਖੀ ਰਹਿ ਜਾਊਗਾ, ਉਹ ਮਰ ਜਾਣਗੇ। ਇਹਦੇ ਕਰਕੇ ਇਹਨੂੰ ਜਦ ਹਨੇਰਾ ਪੈਂਦਾ, ਉਹ ਤਾਂ ਇਹਨੂੰ ਗੱਡੀ 'ਚ ਰੱਖ ਕੇ ਫਿਰ ਆਪਾਂ ਚਾਹੇ ਉਹਦੇ ਉੱਪਰ ਰੱਸੀ ਪਾ ਕੇ, ਜਾਲ ਲਾ ਕੇ, ਜਿਹੜੀ ਮਾਈਗ੍ਰੇਸ਼ਨ ਜਾਲ ਹੁੰਦੀ ਹੈ ਉਹ ਲਾ ਕੇ ਫਿਰ ਆਪਾਂ ਟਰੈਵਲ ਕਰਦੇ ਹਾਂ। ਦੇਸ਼ਾਂ ਤੇ ਵਿਦੇਸ਼ਾਂ ਵਿੱਚ ਲੁਧਿਆਣਾ ਲਾਈਵ ਵੇਖ ਰਹੇ ਸਰੋਤਿਆਂ ਦਾ ਸਵਾਗਤ ਹੈ। ਮੈਂ ਹਾਂ ਮਿੱਠੂ ਨਵਦੀਪ ਸਿੰਘ। ਅੱਜ ਤੁਹਾਨੂੰ ਇਹੋ ਜਿਹੀ ਜਗ੍ਹਾ ਤੇ ਲੈ ਕੇ ਆਏ ਆ, ਮਧੂਮੱਖੀਆਂ ਦੇ ਡੱਬਿਆਂ ਦੇ ਕੋਲ ਅਸੀਂ ਖੜੇ ਹੋਏ ਆ, ਜਿੱਥੇ ਇਹ ਮਧੂਮੱਖੀਆਂ ਪਾਲਦੇ ਨੇ। ਸ਼ਹਿਦ ਕਿਵੇਂ ਬਣਦਾ ਹੈ, ਆਪਾਂ ਗੱਲਬਾਤ ਕਰ ਲੈਂਦੇ। ਵੀਰ ਦੇ ਨਾਲ ਸਾਡੇ ਨਾਲ ਮੌਜੂਦ ਆ, ਵੀਰ ਹੁਣੀ ਸਾਡੇ ਕੋਲ ਖੜੇ ਹੋਏ ਨੇ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਲੁਧਿਆਣਾ ਲਾਈਵ ਟੀਵੀ ਨੂੰ ਤੁਹਾਡਾ ਧੰਨਵਾਦ। ਹਾਂਜੀ, ਤੁਹਾਡਾ ਨਾਮ ਕੀ ਹੈ ਜੀ? ਸਾਡਾ ਨਾਮ ਸਰ ਬਬਲੂ ਸ਼ਰਮਾ। ਅੱਛਾ ਬਬਲੂ ਵੀਰ, ਜਿਵੇਂ ਤੁਸੀਂ ਜਿਹੜਾ ਮਧੂਮੱਖੀਆਂ ਦਾ ਕੰਮ ਕਰਦੇ ਹੋ, ਤੁਹਾਡਾ ਕਿਵੇਂ ਧਿਆਨ ਹੋਇਆ, ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ? ਸਰ ਜੀ, ਸ਼ੁਰੂਆਤ ਤੋਂ ਸਭ ਤੋਂ ਪਹਿਲੇ ਆਪਾਂ ਸਾਡੇ ਨਾਲ ਜਿਹੜੇ ਪਿੰਡ ਵਾਲੇ ਰਹਿੰਦੇ ਨੇ, ਉਰੇ ਸਾਡੇ ਗਵਾਂਢੀਆਂ ਰਹਿੰਦੇ ਨੇ, ਉਹ ਮਧੂਮੱਖੀਆਂ ਦਾ ਕੰਮ ਕਰਦਾ ਸੀ, ਅਤੇ ਉਹਨਾਂ ਦਾ ਜਿਹੜੇ ਇਨਕਮ ਆ ਸਾਨੂੰ ਵਧੀਆ ਲੱਗਿਆ, ਅਤੇ ਉਹ ਤੋਂ ਆਪਾਂ ਸਾਰੇ ਸਲਾਹ ਲਿੱਤਾ। ਤਾਂ ਉਹ ਸਾਨੂੰ ਕਿਹਾ ਕਿ ਤੁਸੀਂ ਐਂ ਕਰੋ, ਆਪਣੇ ਸਮਰਾਲਾ ਐਗਰੀਕਲਚਰ 'ਚ ਸਾਡੇ ਕੁਛ ਇਹਨੂੰ ਦੱਸਦੇ, ਇਹਦੇ ਬਾਰੇ ਕੰਮ ਦੇ ਬਾਰੇ ਦੱਸਦੇ ਆ, ਕਿਵੇਂ ਕੰਮ ਕਰੋਗੇ, ਕੀ ਇਹਦਾ ਫਾਇਦਾ, ਕੀ ਨੁਕਸਾਨ ਆ, ਅਤੇ ਕੀ ਇਹਦੀ ਬਿਮਾਰੀ ਹੁੰਦੀ ਆ, ਸਾਰੇ ਕੁਛ ਸਾਨੂੰ ਦੱਸਿਆ ਉਹਨੇ। ਫਿਰ ਆਪਾਂ ਉਹ ਤੋਂ ਸਲਾਹ ਲੈ ਕੇ ਆਪਣੇ ਸਮਰਾਲਾ ਐਗਰੀਕਲਚਰ 'ਚ ਗਏ, ਉੱਥੇ ਸਾਨੂੰ ਟ੍ਰੇਨਿੰਗ ਮਿਲਿਆ। ਟ੍ਰੇਨਿੰਗ ਦੇ ਬਾਅਦ 'ਚ ਸਾਨੂੰ ਵਧੀਆ ਲੱਗਿਆ ਬਿਜ਼ਨਸ। ਆਪਾਂ 2014 ਦੇ ਵਿੱਚ ਆਹ ਬਿਜ਼ਨਸ ਚਾਲੂ ਕੀਤਾ ਜੀ। ਕਿੰਨੇ ਸਾਲ ਹੋ ਗਏ ਤੁਹਾਨੂੰ ਮਤਲਬ ਕੰਮ ਕਰਦੇ ਨੂੰ? ਸਾਨੂੰ ਸਰ 2014 ਤੋਂ ਚਾਲੂ ਕੀਤਾ ਸੀ, ਹੁਣ 8 ਸਾਲ ਹੋ ਗਿਆ। ਸਾਨੂੰ ਵਧੀਆ ਲੱਗਿਆ, ਇਹ ਅਸੀਂ ਕਰਦੇ ਹਾਂ। ਇਹ 7-8 ਸਾਲ ਤੋਂ ਤੁਸੀਂ ਇਹ ਮਧੂਮੱਖੀਆਂ ਦਾ ਕੰਮ ਕਰਦੇ ਹੋ, ਇਹਦੀ ਟ੍ਰੇਨਿੰਗ ਲੈਣੀ ਪੈਂਦੀ ਜਿਵੇਂ? हाँ जी सर, ट्रेनिंग ले लोगे तो थोनों काम करन दा सौखा हुंदा। जे कई प्रॉब्लम आउंदी है, बीमारियां आउंदी है, उहदी पहचान छेती तो छेती हो जाती है। इहदे करके आपां उत्थों ट्रेनिंग लेता जी। ठीक है। अच्छा, आम बंदा मेरा वीर डरदा बड़ा हुंदा, मधुमक्खियां कहंदे लड़ ना जाण। आपां मोटरसाइकिल चलाउने हुंदे, कई बार मक्खी आखे लग जाती है, कई बार कहंदे मूँह के अंदर चल जाए बंदा मर जाता, कोई है इदां? नहीं सर, इदां दा कोई प्रॉब्लम नहीं हैगे। ये मधुमक्खियां आ सर, ਜਿਹੜੇ ਇਹ ਪਾਲਤੂ ਹੁੰਦੀ ਹੈ, ਇਹਦੀ ਬੀਸ ਉਨਾ ਨਹੀਂ ਹੁੰਦਾ। ਜੇ ਆਪਾਂ ਪੀਰ ਵਾਲੀ ਹੁੰਦੀ ਹੈ, ਉਹਦਾ ਥੋੜਾ ਵੱਧ ਬੀਸ ਹੁੰਦਾ, ਇਹਦਾ ਘੱਟ ਹੁੰਦਾ। ਜੇ ਆਪਾਂ ਨੂੰ ਲੜ ਵੀ ਜਾਵੇ, ਇਹਦਾ ਕੋਈ ਵੱਡੀ ਨੁਕਸਾਨ ਨਹੀਂ ਹੈਗਾ। ਜਿਹੜੇ ਅਣਜਾਣ ਬੰਦੇ ਨੇ, ਜਿਹਦੇ
ਕਿਨੂੰ ਕਦੇ ਲੜਿਆ ਨਹੀਂ, ਉਹ ਮਾੜਾ ਮੋਟਾ ਸੁੱਜੂਗਾ, ਪਰ ਇਹਦਾ ਇਹੀ ਜਿਹਾ ਗੱਲ ਨਹੀਂ ਹੈ, ਕੋਈ ਖਤਰਾ ਨਹੀਂ ਹੈ, ਬੜਾ ਖਤਰਾ ਨਹੀਂ ਹੈ, ਇੱਥੇ ਡਰਨਾ ਨਹੀਂ ਚਾਹੀਦਾ ਇਹਨਾਂ। ਇਹ ਮਧੂ ਮੱਖੀਆਂ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ ਕਿ? ਹਾਂਜੀ ਹਾਂਜੀ, ਇਹ ਸਰ ਜੀ ਮਧੂ ਮੱਖੀਆਂ ਤਾਂ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ, ਪਰ 4 ਤਰ੍ਹਾਂ ਦੀ ਜਿਹੜੀ ਮਧੂ ਮੱਖੀਆਂ ਹੁੰਦੀ ਹੈ, ਹਾਂ ਜਿਹੜੀ ਇਹ ਸ਼ਹਿਦ ਬਣਾਉਂਦੀਆਂ, ਪਰ 4 ਤਰ੍ਹਾਂ ਦੇ ਵਿੱਚ ਵੀ ਇਹ ਸਭ ਤੋਂ ਵੱਧ ਸ਼ਹਿਦ ਬਣਾਉਂਦਾ, ਇਹਦੇ ਕਰਕੇ ਇਹਨੂੰ ਪਾਲਤੂ ਕਹਿੰਦੇ ਆ। ਇਹ ਪਾਲਤੂ ਹੁੰਦੀ ਆ, ਆਪਾਂ ਹੱਥ ਪਾ ਕੇ ਵੀ ਕੰਮ ਕਰਦੇ ਆ, ਇਸ ਕਰਕੇ ਇਹਦਾ ਸ਼ਹਿਦ ਵੀ ਹੁੰਦਾ, ਇੰਨਾ ਨੁਕਸਾਨ ਵੀ ਨਹੀਂ ਹੈਗਾ ਇਹਨੂੰ ਵੱਢਣ ਨਾਲ। ਹਾਂਜੀ ਸਰ। ਅੱਛਾ, ਮੈਂ ਵੇਖ ਰਿਹਾ ਸੀ ਤੁਸੀਂ ਹੱਥ ਨਾਲ ਹੀ ਕੱਢੀ ਜਾਂਦੇ ਹੋ, ਮਤਲਬ ਆਮ ਬੰਦਾ ਡਰਦਾ ਆ, ਤੇ ਇਹਦੇ ਕੋਈ ਕੈਮੀਕਲ ਲਾਉਣਾ ਪੈਂਦਾ, ਕੋਈ ਦਵਾਈ ਹੁੰਦੀ, ਮੈਡੀਸਨ ਕਿ ਨਹੀਂ? ਨਹੀਂ ਸਰ, ਇਹਦਾ ਕੋਈ ਮੈਡੀਕਲ ਨਹੀਂ ਹੁੰਦਾ, ਜਿਹੜੀ ਇਹਦੀ ਤਰੀਕਾ ਹੁੰਦੀ ਹੈ। ਆਪਾਂ ਉਹੀ ਗੱਲ ਤੁਹਾਨੂੰ ਪਹਿਲੇ ਕਿਹਾ ਕਿ ਜੇ ਟ੍ਰੇਨਿੰਗ 'ਚ ਜਾਈਏ, ਆਪਾਂ ਟ੍ਰੇਨਿੰਗ 'ਚ ਇਹੀ ਸਿਖਾਉਂਦਾ ਕਿ ਡੱਬੇ ਨੂੰ ਆਪਾਂ ਖੋਲੀਏ ਕਿਵੇਂ। ਜੇ ਆਪਾਂ ਖੋਲਦੇ ਹਾਂ, ਅਣਜਾਣ ਬੰਦੇ ਐ ਝਟਕਾ ਲਾ ਕੇ ਖੋਲੂਗਾ, ਇਹਨੂੰ ਡਰ ਲੱਗਦਾ ਮੱਖੀਆਂ ਨੂੰ, ਫਿਰ ਇਹ ਲੜ ਜਾਂਦੀ ਹੈ। ਇਹਨੂੰ ਟਾਈਮ ਹੁੰਦਾ ਕਿ ਕਿੰਨੇ ਟੈਂਪਰੇਚਰ 'ਚ ਖੋਲ੍ਹਣਾ ਪੈਂਦਾ ਤੇ ਕਿਸ ਤਰ੍ਹਾਂ ਦੀ ਖੋਲ੍ਹਣਾ ਪੈਂਦਾ, ਹਿਲਾਉਣਾ ਨਹੀਂ ਚਾਹੀਦਾ, ਆਰਾਮ ਨਾਲ ਖੋਲੋ। ਲੜ ਤੋਂ ਕਈ ਵਾਰ ਸਾਨੂੰ ਵੀ ਜਾਂਦਾ, ਤਾਂ ਦੱਬਦੀ ਹੈ, ਸਾਡੇ ਹੱਥ ਨਾਲ ਕੋਈ ਦੱਬੀ ਜਾਂਦੀ ਹੈ ਧੋਖਾ ਨਾਲ, ਤਾਂ ਲੜਦੀ ਹੈ ਨਾ, ਤਾਂ ਉਹ ਨਹੀਂ ਲੜਦੀ ਹੈ। ਅੱਛਾ, ਇੱਕ ਡੱਬੇ ਦੇ ਵਿੱਚ ਕਿੰਨਾ ਸ਼ਹਿਦ ਬਣ ਜਾਂਦਾ ਸਰ ਜੀ? ਸਾਲ 'ਚ ਤਾਂ ਆਪਾਂ ਮੰਨ ਲਈਏ ਇੱਕ ਡੱਬੇ ਦੇ ਮਗਰ 30 ਕਿਲੋ ਸ਼ਹਿਦ ਬਣਦੀ ਆ ਸਾਲ ਦੇ ਵਿੱਚ। ਉਹ ਵੀ ਹੁਣ ਤੋਂ ਮਤਲਬ ਪਹਿਲੇ ਕੀ ਹੁੰਦਾ ਸੀ, ਅੱਜ ਤੋਂ 10 ਸਾਲ ਪਹਿਲੇ ਸਾਨੂੰ ਜਿਹੜੇ ਪਤਾ, ਅਸੀਂ ਤਾਂ 8 ਸਾਲ ਹੋ ਗਿਆ ਸਾਨੂੰ ਕੰਮ ਕਰਦੇ, 10 ਸਾਲ ਪਹਿਲੇ ਸੂਰਜਮੁਖੀਆਂ ਦਾ ਖੇਤੀ ਹੁੰਦਾ ਸੀ ਤੇ ਕਈ ਬੂਟਾ ਹੁੰਦਾ ਤੇ ਫੁੱਲਾਂ ਵਾਲੇ ਬੂਟਾ ਹੁੰਦਾ ਸੀ ਪੰਜਾਬ 'ਚ ਫਸਲਾਂ। ਹੁਣ ਹੋ ਨਹੀਂ ਰਿਹਾ, ਹੁਣ ਤੋਂ ਸਾਡੇ 4 ਮਹੀਨੇ ਸ਼ਹਿਦ ਨਿਕਲੂਗਾ, 2 ਮਹੀਨੇ ਮਸਟਰਡ ਹਨੀ ਨਿਕਲਦੀ ਹੈ ਸਰੋਂ, ਤੇ 2 ਮਹੀਨੇ ਇੱਧਰ ਉੱਧਰ ਕਰਕੇ ਜਿਵੇਂ ਪਹਾੜਾਂ 'ਚ ਜੜੀ ਬੂਟੀਆਂ ਖਿਲਦੀਆਂ ਨੇ, 2 ਮਹੀਨੇ ਉਹ 'ਚ ਸ਼ਹਿਦ, 4 ਮਹੀਨੇ ਸ਼ਹਿਦ ਨਿਕਲਦੇ, 8 ਮਹੀਨੇ ਸਾਨੂੰ ਇਹਨੂੰ ਪਾਲਣਾ ਪੈਂਦਾ। ਅੱਛਾ, ਇੱਕ ਡੱਬੇ 'ਚ ਕਹਿੰਦੇ ਹੁੰਦੇ ਕਿ ਇੱਕ ਰਾਣੀ ਹੁੰਦੀ ਹੈ ਨਾ? ਹਾਂਜੀ। ਇਹ ਕਿਵੇਂ ਪਛਾਣ ਕਿਵੇਂ ਹੁੰਦੀ ਤੁਹਾਨੂੰ? ਸਰ ਜੀ, ਉਹਦੀ ਪਹਿਚਾਣ ਉਹ ਡੱਬੇ ਦੇ ਵਿੱਚ, ਜਿਹੜੇ ਛੱਤੇ ਦੇ ਵਿੱਚ ਇੱਕੋ ਹੀ ਹੁੰਦੀ ਹੈ, ਇੱਕ ਡੱਬੇ 'ਚ ਉਹਦੀ ਥੋੜੀ ਲੰਬੀ ਹੁੰਦੀ ਹੈ, ਉਹਦੀ ਪਹਿਚਾਣ ਸਾਜੇ ਤੁਸੀਂ ਵੀ ਦੇਖੋਗੇ ਸਰ ਤਾਂ ਤੁਹਾਨੂੰ ਵੀ ਹੋ ਜਾਣਾ, ਉਹ ਸਾਰੇ ਨਾਲ ਅੱਡ ਦਿਸਦਾ। ਠੀਕ ਹੈ, ਹਾਂ। ਇਹਦੇ ਮਤਲਬ ਸ਼ਹਿਦ ਬਣਾਉਂਦੀਆਂ ਹੌਲੀ ਹੌਲੀ? ਸਰ ਜੀ, ਉਹ ਰਾਣੀ ਮੱਖੀ ਸ਼ਹਿਦ ਨਹੀਂ ਬਣਦੇ, ਉਹਦਾ ਕੰਮ ਹੈ ਸਿਰਫ ਬੱਚੇ ਪੈਦਾ ਕਰਨਾ, ਉਹਦਾ ਹੋਰ ਕੋਈ ਕੰਮ ਨਹੀਂ ਆ। ਪਰ ਇੱਕ ਰਾਣੀ ਜਿਹੜੀ ਆ ਉਹ ਤੁਹਾਨੂੰ 3 ਸਾਲ ਤੋਂ ਲੈ ਕੇ 5 ਸਾਲ ਤੱਕ ਰਹਿੰਦੀ ਆ, ਪਰ ਆਪਾਂ ਜਿਹੜੀ ਵੱਧ ਤੋਂ ਵੱਧ ਉਹਦੀ ਟਾਈਮ ਹੋਣ ਦੇ ਬਾਅਦ ਉਹਦੀ ਅੰਡੇ ਜਿਹੜੀ ਕੁਆਲਿਟੀ ਉਹ ਘਟ ਜਾਂਦੀ ਹੈ, ਉਹ ਘੱਟ ਅੰਡਾ ਦਿੰਦੀ ਹੈ, ਇਹਦੇ ਕਰਕੇ ਉਹਨੂੰ ਆਪਾਂ ਕਿਸੇ ਤਰ੍ਹਾਂ ਹਟਾ ਕੇ ਦੂਜੀ ਵਿੱਚ ਹੀ ਪੈਦਾ ਹੋ ਜਾਂਦਾ, ਮੱਖੀਆਂ ਪੈਦਾ ਕਰਦੀ ਆ। ਠੀਕ ਹੈ। ਅੱਛਾ, ਜਿਹੜਾ ਤੁਸੀਂ ਸ਼ਹਿਦ ਕਹਿੰਦੇ ਹੋ ਸਾਲ ਦੇ ਵਿੱਚ ਮਤਲਬ 25-30 ਕਿਲੋ ਬਣ ਜਾਂਦਾ? ਹਾਂਜੀ ਹਾਂਜੀ। ਅੱਛਾ, ਕਈ ਜਿਹੜੇ ਕਿਸਾਨ ਵੀਰ ਹੁੰਦੇ ਡਰਦੇ ਨੇ, ਕਹਿੰਦੇ ਯਾਰ ਇੱਥੇ ਮਤਲਬ ਮਧੂ ਮੱਖੀਆਂ ਲੈ ਕੇ ਆ ਗਏ ਨੇ, ਜਾਂ ਕਈ ਪਾਸੇ ਵੱਲ ਤੁਹਾਨੂੰ ਆਖਿਆ ਵੀ ਜਾਂਦਾ ਹੋਣਾ ਕਿ ਮਤਲਬ ਸਾਡੀ ਫਸਲਾਂ ਨੂੰ ਨੁਕਸਾਨ ਹੁੰਦਾ। ਦੇਖੋ ਸਰ ਜੀ, ਆਪਾਂ ਤੋਂ ਜਿਹੜੇ ਏਰੀਆ 'ਚ ਮੱਖੀ ਲਾਉਣੀ ਆ, ਹੁਣ ਇੱਥੋਂ ਚੱਕ ਕੇ ਲੈ ਜਾਣਾ ਰਾਜਸਥਾਨ ਲੈਂਦੇ ਨੇ, ਉਧਰਲਾ ਜਿਹੜੇ ਏਰੀਆ 'ਚ ਬੰਦੇ ਮੱਖੀ ਦੇਖਿਆ ਹੋਇਆ, ਲਾਇਆ ਹੋਇਆ, ਉਹਨਾਂ ਨੂੰ ਪਤਾ ਕਿ ਸਾਡਾ ਹੁਣ ਸਰੋਂ ਦੀ ਕੁਆਲਿਟੀ ਵੱਧ ਗਿਆ, ਇਹ ਮਧੂ ਮੱਖੀਆਂ ਜਿਹੜੀਆਂ ਕਈ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਉਹਨੂੰ ਖਤਮ ਕਰ ਦਿੰਦਾ, ਤੇ ਉੱਥੇ ਸਾਨੂੰ ਬੁਲਾਉਂਦਾ ਹੋਗੇ। ਜੇ ਨਵੇਂ ਏਰੀਏ 'ਚ ਜਾਵਾਂ ਵੀਰ ਤਾਂ ਫਿਰ ਸਾਨੂੰ ਔਖਾ ਹੁੰਦਾ, ਇਸ ਕਰਕੇ ਤੁਹਾਡੇ ਮਾਧਿਅਮ 'ਚ ਆਪਾਂ ਕਹਿਣਾ ਚਾਹਣਾ ਕਿ ਜਿਹੜੇ ਏਰੀਆ 'ਚ ਆ ਤੁਹਾਡਾ ਨਿਊਜ਼ ਦੇਖੂਗਾ, ਸਾਨੂੰ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਮਧੂ ਮੱਖੀਆਂ ਕੋਈ ਨੁਕਸਾਨ ਨਹੀਂ ਕਰਦੇ ਨੇ। ਤੁਸੀਂ ਜੇ ਕੋਈ ਬਿਮਾਰੀਆਂ ਹੁੰਦੀਆਂ ਨੇ ਤੁਸੀਂ ਸਫਰਾਈ ਕਰ ਦਿਓ, ਦਵਾਈਆਂ ਸਫਰਾਈ ਕਰ ਦਿਓ। ਜਿਹੜੇ ਏਰੀਆ 'ਚ ਆਪਾਂ ਮਧੂ ਮੱਖੀ ਲਾਉਣੀ ਆ ਉਹ ਏਰੀਆ 'ਚ ਹੌਲੀ ਹੌਲੀ ਦਵਾਈ ਵੀ ਛਿੜਕਣਾ ਖਤਮ ਹੋ ਗਿਆ। ਹੁਣ ਮਧੂ ਮੱਖੀਆਂ ਜਿਹੜੇ ਬਿਮਾਰੀ ਹੁੰਦਾ ਉਹਨੂੰ ਖਤਮ ਕਰ ਲੈਂਦੀ ਹੈ, ਨਾਲੇ ਉਹਦੀ ਬਿਮਾਰੀ ਜਦ ਖਤਮ ਹੋਊਗਾ ਤਾਂ ਜਿਹੜੀ ਫਸਲ ਉਹ ਪੁਸ਼ਟ ਹੋਊਗਾ, ਵਧੀਆ ਦਾਣਾ ਬਣੂਗਾ। ਇਹਦੇ ਕਰਕੇ ਸਾਨੂੰ ਪਹਿਲੇ ਵਾਲੇ ਏਰੀਆ 'ਚ ਬੁਲਾਉਂਦਾ, ਤੇ ਤੁਹਾਡੇ ਮਾਧਿਅਮ 'ਚ ਕਹਿਣਾ ਚਾਹਣਾ ਕਿ ਜਿਹੜੇ ਬੰਦੇ ਦੂਜੇ ਪਾਸੇ ਕਹਿੰਦਾ ਕਿ ਅਸੀਂ ਸਾਡਾ ਫਸਲ ਨੁਕਸਾਨ ਹੁੰਦਾ, ਉਹਨਾਂ ਨੂੰ ਇਹ ਜ਼ਰੂਰ ਤੁਹਾਨੂੰ ਜੇ ਨਿਊਜ਼ ਦੇਖ ਕੇ, ਤੁਹਾਡਾ ਨਿਊਜ਼ ਦੇਖ ਕੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਇਹਦਾ ਨੁਕਸਾਨ ਕੋਈ ਨਹੀਂ ਆ। ਇਹ ਮਤਲਬ ਫਾਇਦੇਮੰਦ ਨੇ? ਫਾਇਦੇਮੰਦ ਨੇ ਸਰ, ਬਹੁਤ ਫਾਇਦੇਮੰਦ ਨੇ। ਜਿਸ ਏਰੀਏ 'ਚ ਮਧੂਮੱਖੀ ਗਿਆ ਹੋਇਆਗਾ ਉਹ ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਦੇਖੋ ਕਿ ਬਾਈ ਆਉਣ ਦੇ ਬਾਅਦ ਤੁਹਾਡਾ ਨੁਕਸਾਨ ਤਾਂ ਨਹੀਂ ਹੈ। ਉਹਨਾਂ ਨੂੰ ਫਾਇਦਾ, ਸਾਨੂੰ ਤਾਂ ਬੁਲਾਉਂਦਾ ਹੈ ਕਿ ਸਰੋਂ 'ਤੇ ਆਓ ਸਾਡਾ ਫਸਲ ਵਧੀਆ ਹੋਊਗਾ, ਕਿਉਂਕਿ ਇਹ ਆਰਗੈਨਿਕ ਚੀਜ਼ ਆ ਸਰ, ਇਹ ਖਤਮ ਕਰ ਦਿੰਦਾ, ਨੁਕਸਾਨ ਕੋਈ ਨਹੀਂ ਇਹਦਾ। ਅੱਛਾ, ਜਿਹੜੀਆਂ ਮਧੂਮੱਖੀਆਂ ਨੇ ਜਿਹੜੀਆਂ ਰੱਖੀਆਂ ਹੋਈਆਂ ਤੁਸੀਂ ਪਾਲੀਆਂ ਹੋਈਆਂ ਨੇ, ਇਹਦੀ ਜਿਹੜੀ ਡਾਈਟ ਆ ਜਿਵੇਂ ਕਿਹੜੀ ਖਾਂਦੀ, ਜਿਵੇਂ ਅੱਜ ਕੱਲ੍ਹ ਜਿਹੜੇ ਫੁੱਲ ਨੇ ਘਟ ਗਏ ਨੇ, ਥੋੜੇ ਲੋਕੀ ਮਤਲਬ ਜਿਹੜੀ ਚੂਸਦੀਆਂ ਨੇ ਰਸ, ਤੇ ਕਿਵੇਂ ਫਿਰ ਕਰਦੇ ਹੋ ਤੁਸੀਂ? ਸਰ ਜੀ, ਇਹਨਾਂ ਨੂੰ ਅਪ੍ਰੈਲ 'ਚੋਂ ਆਪਾਂ ਰੱਖਿਆ ਹੋਇਆ, ਹੁਣ ਸਾਡਾ ਸਰੋਂ ਦਾ ਸੀਜ਼ਨ ਚੱਲ ਪੈਣਾ ਵਿਚਾਲੇ, ਚਲੋ ਕਈ ਤਰ੍ਹਾਂ ਦੇ ਦਰਖਤਾਂ ਜੰਗਲਾਂ 'ਚ ਹੁੰਦੀ ਆ, ਉਹਦੇ ਨਾਲ ਇਹਨੂੰ ਜਿਹੜੇ ਖਾਣਾ ਪੂਰਾ ਨਹੀਂ ਹੁੰਦਾ, ਇਹਦੇ ਕਰਕੇ ਸਾਨੂੰ ਸਮਝ ਲਓ ਕਿ ਕਈ ਵਾਰ ਖੰਡ ਪਾ ਕੇ ਦੇਣਾ ਪੈਂਦਾ ਕਿ ਤਾਂ ਕਿ ਇਹਨੂੰ ਜਿੰਦਾ ਰਹੇ। ਔਰ ਇਹਦਾ ਕੋਈ ਚੱਕਰ ਨਹੀਂ, ਹੁਣ ਜਿੰਨਾ ਕੁ ਜਿੰਦਾ ਰਹੂਗਾ ਉਨਾ ਕੁ ਜੋ ਆਪਾਂ ਖੰਡ ਦੇ ਦੇਣੀ ਆ। ਉਹਦੇ ਬਾਅਦ 'ਚ ਹੁਣ ਇਹ ਜੇ ਜਾਊਗਾ ਇੱਥੋਂ, ਫਿਰ ਇੱਥੇ ਖੰਡ ਨਹੀਂ, ਜੇ ਆਪਾਂ ਪਾ ਵੀ ਦੇਵਾਂਗੇ ਤਾਂ ਨਹੀਂ ਲੈਣਾ, ਨਾਲੇ ਸਾਡਾ ਸ਼ਹਿਦ ਕੁਆਲਿਟੀ ਵਧੀਆ ਨਹੀਂ ਹੋਊਗਾ।
ਇਹਨਾਂ ਨੂੰ ਜਾ ਕੇ ਉੱਥੇ ਹੁਣ ਵਧੀਆ ਚੀਜ਼ ਕੱਢੂਗੇ ਤਾਂ ਹੀ ਸਾਡਾ ਵਿਕਦਾ ਹੁੰਦਾ। ਐ ਨਹੀਂ ਵਿਕਦਾ ਹੁੰਦਾ ਕਿ ਖੰਡ ਪਾ ਕੇ। ਕਈ ਵਾਰ ਬੰਦੇ 'ਚ ਮਨ 'ਚ ਵਹਿਮ ਹੋ ਜਾਂਦਾ ਕਿ ਭਾਈ ਮਧੂਮੱਖੀਆਂ ਵਾਲਾ ਖੰਡ ਪਾਉਂਦਾ। ਸਾਡੇ ਤੋਂ ਸਰ ਇਹੋ ਜਿਹਾ ਗੱਲ ਨਹੀਂ ਹੈਗਾ। ਸਾਡਾ ਤੋਂ ਸਾਨੂੰ ਮਜਬੂਰੀ ਹੈ ਇਹਨੂੰ ਖੰਡ ਪਾਉਣਾ ਜੇ ਜ਼ਿੰਦਾ ਰਹੇ। ਹੁਣ ਜੇ ਕੰਮ ਚੱਲ ਪੈਣਾ ਫਿਰ ਖੰਡ ਨਹੀਂ ਲੱਗਦੀ। ਅੱਛਾ, ਮਧੂਮੱਖੀਆਂ ਪਛਾਣ ਕਿਵੇਂ ਕਰਦੀਆਂ ਨੇ ਇਹ? ਮਤਲਬ ਇੱਕ ਮਧੂਮੱਖੀ ਉਹ ਦੂਜੇ ਡੱਬੇ 'ਚ ਨਹੀਂ ਜਾਂਦੀ ਪਈ, ਇਹਦਾ ਕਿਵੇਂ? ਸਰ ਜੀ ਇਹਦਾ ਇੱਕ ਪਹਿਚਾਣ ਹੈ ਜਿਹਦੇ ਆਪਾਂ ਨਵੇਂ ਥਾਂ 'ਤੇ ਰੱਖਦੇ ਹਾਂ। ਤੇ ਇਹ ਸਭ ਤੋਂ ਪਹਿਲੇ ਫਲਾਈਟ ਬਣਾਉਂਦਾ ਕਿ ਆਪਾਂ ਕਿਹੜੇ ਏਰੀਆ 'ਚ ਸਾਨੂੰ ਕੀ ਚੀਜ਼ ਹੋਊਗਾ। ਇਹਦੀ ਰੇਂਜ 3 ਕਿਲੋਮੀਟਰ ਏਰੀਏ 'ਚ ਹੁੰਦਾ। ਇਹ 3 ਕਿਲੋਮੀਟਰ ਏਰੀਏ 'ਚ ਇਹਨਾਂ ਨੂੰ ਫੁੱਲ ਮਿਲਣਗੇ, ਚਾਹੇ ਪਾਣੀ ਮਿਲਣਗੇ, ਚਾਹੇ ਪੋਲਨ ਮਿਲਣਗੇ, ਜੋ ਵੀ ਮਿਲਣਗੇ। ਇਹ 3 ਕਿਲੋਮੀਟਰ ਏਰੀਏ 'ਚ ਇੱਕ ਡੱਬੇ 'ਚ ਆਊਗਾ। ਦੂਜੀ ਗੱਲ, ਇੱਕ ਦੂਜੇ 'ਚ ਨਹੀਂ ਜਾ ਸਕਦਾ। ਜਿਹੜੀ ਇਹਦੇ ਗੇਟ ਹਰ ਡੱਬੇ ਦੀ ਆਪਣੀ ਆਪਣੀ ਸਮੈਲ ਹੁੰਦੀ ਆ। ਜੇ ਦੂਜਾ ਮੱਖੀ ਦੂਜੇ 'ਚ ਜਾਊਗਾ ਤਾਂ ਉਹ ਪਹਿਲੇ ਵਾਲਾ ਮੱਖੀ ਉਹਨੂੰ ਪਹਿਚਾਣ ਲੂਗਾ ਕਿ ਸਾਡੇ ਤੇ ਹੈ ਨਹੀਂ, ਫਿਰ ਉਹ ਲੜਨਗੇ ਆਪਸ 'ਚ, ਲੜ ਕੇ ਮਰ ਵੀ ਜਾਂਦੀ ਹੈ। ਜਿਹੜਾ ਮਧੂਮੱਖੀ ਜਿੱਤੂਗਾ ਉਹ ਮਾਰ ਦਿੰਦੇ ਨੇ। ਇਸ ਤਰ੍ਹਾਂ ਦੀ ਪ੍ਰੋਵੀਜ਼ਨ ਆ। ਹੋਰ ਨੇ ਮਾਲਾਂ ਰੱਖੀਆਂ ਹੋਈਆਂ, ਮਧੂਮੱਖੀਆਂ ਪਾਲਦੇ ਨੇ, ਉਧਰ ਮੱਖੀਆਂ ਆਪਣੀ ਚੱਲ ਜਾਣਾ ਸਰ। ਉਹਦਾ ਵੀ ਕਾਰਨ ਆ। ਜੇ 3 ਕਿਲੋਮੀਟਰ ਦੇ ਨੇੜੇ ਤੇਰੇ ਕਿਸੇ ਦਾ ਮੱਖੀ ਹੋ ਰੱਖਿਆ ਹੋਇਆ ਤੇ ਕਈ ਵਾਰ ਕੀ ਹੁੰਦਾ ਕਿ ਆਪਾਂ ਇਹ 'ਚ ਖੰਡ ਪਾਇਆ, ਉਹ ਨਹੀਂ ਪਾਇਆ, ਤੇ ਉਹਦਾ ਮੱਖੀ ਸਾਡੇ 'ਚ ਆਊਗਾ ਤਾਂ ਉਹ ਮੱਖੀ ਆਪਸ 'ਚ ਦੋ ਹੀ ਲੜਨਗੇ। ਔਰ ਉਹਦਾ ਮਰ ਗਿਆ ਕਿ ਸਾਡਾ ਮਰ ਗਿਆ, ਇਹ ਤਾਂ ਸਾਨੂੰ ਪਹਿਚਾਨ ਨਹੀਂ ਹੁੰਦਾ। ਪਰ ਮਰਦੇ ਤਾਂ ਸਾਨੂੰ ਪਤਾ ਲੱਗ ਗਿਆ ਕਿ ਬਈ ਇਹ ਸਾਡਾ ਮੱਖੀ ਮਰ ਰਿਹਾ। ਇਸ ਤਰ੍ਹਾਂ ਦੀ ਕਾਰਨ ਹੋ ਸਕਦਾ। ਮੱਖੀਆਂ ਮਰ ਵੀ ਜਾਂਦੀਆਂ ਨੇ? ਹਾਂ, ਮਰ ਜਾਂਦੀ ਸਰ। ਇਹਦੀ ਉਮਰ ਵੱਧ ਤੋਂ ਵੱਧ 30 ਤੋਂ 40 ਦਿਨ ਹੁੰਦੀ ਹੈ ਇੱਕ ਮੱਖੀਆਂ ਦਾ। ਇੱਕ ਮੱਖੀ ਦੀ ਉਮਰ ਹੈਗੀ 30 ਤੋਂ 40 ਦਿਨ? 40 ਦਿਨ। ਇਹ 30 ਤੋਂ 40 ਦਿਨ ਦੇ ਵਿੱਚ ਮਰ ਜਾਂਦਾ, ਫਿਰ ਨਵੀਂ ਪੈਦਾ ਹੁੰਦੀ ਹੈ। ਵਿੱਚੇ ਪੈਦਾ ਹੁੰਦੀ ਹੈ, ਵਿੱਚੇ ਮਰਦੀ ਹੁੰਦੀ ਹੈ। ਮਰੀਆਂ ਸਿੱਟ ਦਿੰਦੇ ਹੋ ਕੱਢ ਕੇ? ਨਹੀਂ ਸਰ, ਆਪੇ ਸਿੱਟ ਜਾ, ਗੇਟ ਦੇ ਮੂਹਰੇ ਆਪੇ ਮੱਖੀ ਕੱਢ ਦਿੰਦੇ ਨੇ। ਅੱਛਾ, ਆਪ ਹੀ ਜਾ ਕੇ ਕੱਢ ਦਿੰਦੇ? ਹਾਂ, ਆਪੇ ਮੱਖੀ ਕੱਢਦੇ। ਜੇ ਵਿੱਚ ਮਰ ਵੀ ਜਾਊਗਾ। ਸਿਆਣੀਆਂ ਫਿਰ? ਹਾਂ ਸਰ ਜੀ, ਇਹ ਤਾਂ ਸਿਆਣ ਨਹੀਂ ਹੈਗੇ, ਇਹ ਤਾਂ ਬਹੁਤ ਸਿਆਣ ਨਹੀਂ ਹੈਗਾ। ਇਹ ਤਾਂ ਚੱਕਰ ਹੈ ਸਰ। ਹੋਰ ਮਤਲਬ ਕੀ ਮਤਲਬ ਜ਼ਿਆਦਾ ਜਿਵੇਂ ਇਹਦੀ ਪਛਾਣ ਤੀ ਕਹਿੰਦੇ ਹੋ ਜਿੱਦਾਂ? ਸਰ ਜੀ ਦੇਖੋ, ਮੈਂ ਪਛਾਣ ਤਾਂ ਮੈਂ ਤੁਹਾਨੂੰ ਦੱਸਦਾ। 4 ਤਰ੍ਹਾਂ ਦੀ ਪ੍ਰਜਾਤੀਆਂ ਤੋਂ ਮੈਂ ਦੱਸਿਆ ਤੁਹਾਨੂੰ, ਜਿਹੜੀਆਂ ਸ਼ਹਿਦ ਬਣਾਉਂਦੀਆਂ ਨੇ। ਇੱਕ ਆਹ ਡੱਬੇ ਦੇ ਵਿੱਚ ਜੇ ਆਪਾਂ ਮੰਨ ਲਈਏ ਤਾਂ ਘੱਟ ਤੋਂ ਘੱਟ 3 ਲੱਖ ਮੱਖੀਆਂ ਹੁੰਦੀਆਂ ਇੱਕ ਡੱਬੇ 'ਚ। ਠੀਕ ਹੈ ਜੀ, 3 ਲੱਖ। ਜੇ ਵਧੀਆ ਡੱਬੇ ਹੋਊਗਾ ਤਾਂ 3 ਲੱਖ। ਇੱਕ ਡੱਬੇ ਦੇ ਵਿੱਚ ਕਿੰਨੀਆਂ ਮੱਖੀਆਂ ਹੁੰਦੀਆਂ? 3 ਲੱਖ ਪੀਸ, ਇੰਨਾ ਕੁ ਲਗਭਗ ਹੋ ਜਾਂਦਾ। ਇਸ ਟਾਈਮ ਤੋਂ ਘੱਟ ਹੁੰਦਾ, ਜਦ ਕੰਮ ਚੱਲਦਾ ਵਧੀਆ ਤਾਂ ਹੁੰਦਾ ਹੀ ਆ। ਇੱਕ ਡੱਬੇ ਦੇ ਵਿੱਚ 10 ਫਰੇਮਾਂ ਹੁੰਦੀਆਂ। 10 ਫਰੇਮਾਂ ਤਾਂ ਨਹੀਂ ਰੱਖਦੇ ਆਪਾਂ, 9 ਰੱਖਦੇ ਹਾਂ ਤਾਂ ਕਿ ਇਹ ਥੋੜ੍ਹੀ ਜਿਹੀ ਸ਼ਹਿਦ ਇਕੱਠਾ ਵੱਧ ਕਰ ਲੈਂਦਾ। ਇੱਕ ਡੱਬੇ 'ਚ 9 ਫਰੇਮਾਂ ਹੁੰਦੀਆਂ। ਠੀਕ ਹੈ ਜੀ। ਉਹਦੇ ਬਾਅਦ 'ਚ ਆਫ ਸੀਜ਼ਨ 'ਚ ਕਈ ਵਾਰ ਮਰਦੇ ਘੱਟ ਹੋ ਜਾਂਦੇ, ਜਿਵੇਂ ਹੁਣ ਵੀ ਹੈਗੇ ਨੇ। ਹੁਣ ਜਾ ਕੇ ਉੱਥੇ ਭਰ ਜੂਗਾ। ਇਸ ਤਰ੍ਹਾਂ ਦੀ ਰੀਜ਼ਨ ਹੈ ਸਰ। ਇਹ ਫਰੇਮ ਕਿਤੇ ਤਿਆਰ ਕਿਵੇਂ ਕਰਦੇ ਹੋ ਫਿਰ? ਸਰ ਜੀ ਤਿਆਰ ਸਾਨੂੰ ਆਹ ਫਰੇਮ ਹੈਗੇ ਨੇ। ਆਹ ਫਰੇਮ ਸਾਨੂੰ ਪਹਿਲੇ ਤੋਂ ਘੱਟ 'ਚ ਮਿਲਦਾ ਸੀ। ਹੁਣ 35 ਤੋਂ 40 ਰੁਪਏ 'ਚ ਇੱਕ ਲੱਕੜ ਦੀ ਫਰੇਮ ਹੁੰਦੀ ਆ। ਅੱਛਾ, ਇਹ ਜਾਲੀ ਜਿਹੜੀ ਵਿੱਚ ਲੱਗੀ ਹੋਈ ਹੈ ਆ ਜਿਹੜੀ ਸਰ, ਇਹ ਤਾਰ ਪੈਣਾ ਪੈਂਦਾ। ਤਾਰ ਨਾਲ ਇਹ ਟਾਈਟ ਹੁੰਦੀ ਹੈ ਕਿ ਤਾਂ ਕਿ ਬਾਅਦ 'ਚ ਮਸ਼ੀਨ 'ਚ ਲੱਗੇ ਤੇ ਫਿਰ ਇਹ ਟੁੱਟੇ ਨਾ। ਆ ਛੱਤੇ ਟੁੱਟੇ ਨੇ, ਇਹਦੇ ਕਰਕੇ ਤਾਰ ਅਸੀਂ ਪਾ ਦੇਣੀ ਆ। ਤਾਰ ਦੇ ਵਿੱਚ ਇਹ ਦੋਏ ਪਾਸੇ ਛੱਤਾ ਬਣ ਜੂਗਾ। ਇਹ ਸਪੈਸ਼ਲ ਮਤਲਬ ਜਾਲੀ ਹੁੰਦੀ ਹੈ? ਕਾਦੀ ਹੁੰਦੀ ਹੈ ਬਣੀ? ਆਹ ਮੋਮ ਦੀ ਹੁੰਦੀ ਹੈ। ਜਿਵੇਂ ਸਾਡੇ ਜਦ ਸ਼ਹਿਦ ਆਪਾਂ ਕੱਟਦੇ ਆ ਤਾਂ ਉਸ ਟਾਈਮ ਕੀ ਹੁੰਦਾ, ਜਿਹੜੀ ਸੀਲ ਹੋ ਜਾਂਦੀ ਹੈ ਉਹਨੂੰ ਚਾਕੂ ਨਾਲ ਵੱਢ ਕੇ ਫਿਰ ਸ਼ਹਿਦ ਅੱਡ ਪਾਸੇ ਰੱਖਦੇ ਆ, ਮੋਮ ਅੱਡ ਪਾਸੇ ਰੱਖਦੇ ਆ। ਜੇ ਉਹ ਮੋਮ ਨੂੰ ਫਿਰ ਆਪਾਂ ਅੱਗ ਨਾਲ ਉਬਾਲ ਕੇ ਤਿਆਰ ਕਰਕੇ ਸਾਡਾ ਇਹ ਵੀ ਵਿਕ ਜਾਂਦਾ ਮੋਮ। ਇਹ ਸਾਡੇ ਤੋਂ ਕੰਪਨੀਆਂ ਵਾਲੇ ਲੈ ਕੇ ਜਾਂਦੇ ਨੇ, ਫਿਰ ਇਸ ਤਰ੍ਹਾਂ ਦੀ ਸੀਟ ਸਾਨੂੰ ਬਣਾ ਕੇ ਦਿੰਦੇ ਨੇ। ਠੀਕ ਹੈ। ਅੱਛਾ, ਉਹ ਵਿਕ ਜਾਂਦਾ? ਹਾਂ, ਸਾਡਾ ਉਹ ਮੋਮ ਸਰਾਖ ਜੇ ਕਿਵੇਂ ਬਣ ਜਾਂਦੇ, ਫਲਾਵਟ ਆ ਜਾਂਦੀ ਪੂਰੀ? ਦੇਖੋ ਸਰ, ਇਹ ਨਹੀਂ, ਆਹੀ ਸੀਟ ਹੈ ਸਰ। ਆਹ ਸੀਟ ਜਿਹੜੀ ਆ, ਜੇ ਆਪਾਂ ਮੱਖੀ ਵੀ ਬਣਾ ਸਕਦਾ, ਛੱਤੇ ਵੀ ਬਣਾ ਸਕਦਾ, ਪਰ ਆਪਾਂ ਉਹ ਜਿਹੜੀ ਛੱਤੇ ਉਹ ਇੰਨਾ ਕਾਮਯਾਬ ਨਹੀਂ ਹੈਗੇ। ਤੇ ਆਪਾਂ ਇਹਦੇ ਕਰਕੇ ਆਹ ਸੀਟ ਦੇਣੀ ਆ। ਆਹ ਸਾਨੂੰ ਸੀਟ 25 ਰੁਪਏ 'ਚ ਮਿਲਦਾ ਇੱਕ ਪੀਸ। ਠੀਕ ਹੈ ਜੀ। ਇਹ ਮੋਮ ਦੀ ਬਣੀ ਹੋਈ ਹੈ। ਇਹਦੀ ਜਿਹੜੀ ਮਸ਼ੀਨ ਨਾਲ ਸਾਂਚੇ ਬਣਿਆ ਹੋਇਆ ਮੱਖੀ, ਫਿਰ ਜੇ ਆਪਾਂ ਸਾਂਚੇ ਬਣਾ ਕੇ ਦਈਏ ਫਿਰ ਤਾਂ ਸੇਮ ਇੱਕ ਤਰ੍ਹਾਂ ਦੀ ਛੱਤੇ ਬਣਾਉਂਦਾ। ਇਹ ਇੱਕ ਤਰ੍ਹਾਂ ਦੀ ਛੱਤਾ ਬਣੂਗਾ। ਜਿਹੜੇ ਆਹ ਉੱਪਰਲਾ ਸੀਰਾ ਹੁੰਦਾ, ਇਹ ਇੰਨੇ ਸ਼ਹਿਦ ਉਹ ਰੱਖਦੇ ਨੇ। ਮੈਂ ਤੁਹਾਨੂੰ ਛੱਤਾ ਵੀ ਲਿਆ ਖੋਲ ਕੇ ਦਿਖਾ ਦੇਵਾਂ। ਇੰਨੇ ਸ਼ਹਿਦ ਰੱਖਦੇ ਨੇ। ਥੱਲੇ ਜਿਹੜੀ ਹੁੰਦੀ ਹੈ ਇਹਦੇ ਅੰਡੇ ਬੱਚੇ ਹੁੰਦੇ ਨੇ ਇਹ 'ਚ। ਠੀਕ ਹੈ। ਹਾਂਜੀ। ਅੱਛਾ, ਮਤਲਬ ਤੁਸੀਂ ਇਹ ਇੱਕ ਤਰ੍ਹਾਂ ਆਰਟੀਫੀਸ਼ੀਅਲ ਵੀ ਹੁੰਦਾ ਆ ਤੇ ਮੱਖੀ ਆਪ ਵੀ ਤਿਆਰ ਕਰਦੀ ਆ? ਇਹ ਅਸੀਂ ਇਹਨਾਂ ਨੂੰ ਇੱਕ ਤਰ੍ਹਾਂ ਦੀ ਸੁਵਿਧਾ ਦੇ ਦੇਣਾ ਕਿ ਸਾਡਾ ਇੱਕ ਤੋਂ ਕੰਮ ਵਧੀਆ ਹੋਵੇ, ਨਾਲੇ ਛੇਤੀ ਹੁੰਦਾ, ਫਿਰ ਛੇਤੀ ਵੀ ਹੁੰਦਾ। ਇੱਕ ਸੁਰ 'ਚ ਜਾਂਦਾ ਕੰਮ? ਹਾਂਜੀ, ਇੱਕ ਸੁਰ 'ਚ ਜਾਂਦਾ। ਅੱਛਾ, ਜਿਹੜੇ ਤੁਸੀਂ ਡੱਬੇ ਰੱਖੇ ਹੋਏ ਨੇ, ਕਾਫੀ ਡੱਬੇ ਮੈਂ ਦੇਖ ਰਿਹਾ ਰੱਖੇ ਹੋਏ ਨੇ, ਇਹ ਫਿਰ ਤੁਸੀਂ ਜਦੋਂ ਲੈ ਕੇ ਜਾਂਦੇ ਹੋ, ਕਿਤੇ ਟਰੈਵਲ ਕਰਦੇ ਹੋ, ਕਿਵੇਂ ਕਰਦੇ ਹੋ ਫਿਰ? ਸਰ ਜੀ ਇਹਦਾ ਤਾਂ ਮੇਨ ਕਾਰਨ ਹੈ ਕਿ ਦਿਨੇ ਮੱਖੀ ਸਾਰੇ ਪਾਸੇ ਫਿਰਦਾ ਰਹਿੰਦਾ।
ਇਹਨੂੰ ਆਪਾਂ ਦਿਨੇ ਨਹੀਂ ਚੱਕ ਸਕਦੇ, ਦਿਨੇ ਚੱਕੂਗਾ ਤਾਂ ਸਾਡਾ ਜਿਹੜਾ ਇੱਥੇ ਮੱਖੀ ਰਹਿ ਜਾਊਗਾ ਉਹ ਮਰ ਜਾਣਗੇ। ਇਹਦੇ ਕਰਕੇ ਇਹਨੂੰ ਜਦ ਹਨੇਰਾ ਪੈਂਦਾ ਉਹ ਤਾਂ ਇਹਨੂੰ ਗੱਡੀ 'ਚ ਰੱਖ ਕੇ ਫਿਰ ਆਪਾਂ ਚਾਹੇ ਉਹਦੇ ਉੱਪਰ ਰੱਸੀ ਪਾ ਕੇ ਜਾਲ ਲਾ ਕੇ, ਜਿਹੜੀ ਮਾਈਗ੍ਰੇਸ਼ਨ ਜਾਲ ਹੁੰਦੀ ਹੈ ਉਹ ਲਾ ਕੇ ਫਿਰ ਆਪਾਂ ਟਰੈਵਲ ਕਰਦੇ ਹਾਂ। ਚਾਹੇ ਸਾਨੂੰ 24 ਘੰਟਾ ਲੱਗੇ, 10 ਘੰਟਾ ਲੱਗੇ, 20 ਘੰਟਾ ਲੱਗੇ, ਇਹਨੂੰ ਢੱਕ ਕੇ ਲੈ ਜਾਣਾ ਪੈਂਦਾ। ਅਤੇ ਉੱਥੇ ਫਿਰ ਜਿੱਥੇ ਆਪਾਂ ਰੱਖਦੇ ਹਾਂ ਉੱਥੇ ਤੱਕ ਜਦ ਮੱਖੀ ਸਾਡਾ ਸਹੀ ਸਲਾਮਤ ਪਹੁੰਚ ਜੂਗਾ ਫਿਰ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ। ਕਈ ਵਾਰ ਕੀ ਹੁੰਦਾ, ਆਪਾਂ ਗੱਡੀਆਂ ਖਰਾਬ ਹੋ ਗਈਆਂ ਜਾਂ ਫਿਰ ਰਸਤੇ 'ਚ ਕੋਈ ਜਾਮ ਲੱਗ ਗਿਆ, ਉਸ ਤਰ੍ਹਾਂ ਦੇ ਵਿੱਚ ਜਦ ਕੋਈ ਪ੍ਰੋਬਲਮ ਹੁੰਦਾ ਤਾਂ ਫਿਰ ਨੁਕਸਾਨ ਵੀ ਹੁੰਦਾ ਸਾਡਾ। ਦੂਰ ਲੈ ਕੇ ਜਾਂਦੇ ਹੋ ਫਿਰ? ਹਾਂਜੀ ਸਰ, ਆਪਾਂ ਤੋਂ ਇਹਨੂੰ ਹਜ਼ਾਰ ਕਿਲੋਮੀਟਰ ਤੱਕ ਲੈ ਕੇ ਜਾਣਾ। ਹੁਣ ਆਪਾਂ ਇੱਥੋਂ ਲੈ ਕੇ ਜਾਣਾ ਰਾਜਸਥਾਨ 'ਚ ਸਾਨੂੰ 2-2.5 ਮਹੀਨੇ ਉੱਥੇ ਹੀ ਗੇੜਾ ਕੁੱਟਣਾ ਪੈਂਦਾ, ਸਰੋਂ ਤੇ ਲਾਉਣਾ ਪੈਂਦਾ। ਸਰੋਂ ਜੇ ਖਤਮ ਹੋ ਜਾਊਗਾ ਫਿਰ ਸਾਡਾ ਇੱਕ ਦੂਜੇ ਏਰੀਏ 'ਚ ਧਨੀਆ ਦਾ ਖੇਤੀ ਹੁੰਦਾ, ਉੱਥੇ ਲੈ ਕੇ ਜਾਣਾ ਪੈਂਦਾ। ਉੱਥੇ ਵੀ ਸਾਨੂੰ 1-2 ਵਾਰ ਸ਼ਾਇਦ ਮਿਲ ਜਾਂਦਾ। ਉਹਦੇ ਬਾਅਦ 'ਚ ਅਸੀਂ ਇੱਕ ਹੁੰਦੀ ਕਿੱਕਰ ਦਾ ਪੇਂ ਰਾਜਸਥਾਨ 'ਚ, ਜਿਹੜੇ ਨਦੀ ਸਾਈਡ 'ਚ ਹੁੰਦੀ ਆ, ਕਈ ਵਾਰ ਜੇ ਸਾਨੂੰ ਵਧੀਆ ਲੱਗਦਾ ਤਾਂ ਉੱਥੇ ਵੀ 1-2 ਵਾਰ ਨਿਕਲ ਜਾਂਦੀ ਆ। ਉਹਦੇ ਬਾਅਦ 'ਚ ਫਿਰ ਆਪਾਂ ਮੁੜ ਕੇ ਆ ਜਾਣੀ ਆ, ਜਿਹੜੇ ਹਰ ਇੱਕ ਏਰੀਏ ਦੀ ਹਰ ਇੱਕ ਆਪਣੀ ਸਾਈਡ ਬੰਦੇ ਦਾ। ਫਿਰ ਆਪਾਂ ਇਹਨੂੰ ਲੈ ਕੇ ਆ ਜਾਣੀ ਆ ਹਿਮਾਚਲ, ਆਪਣੇ ਗੜਸ਼ੰਕਰ ਸਾਈਡ ਚਲੇ ਜਾਣੀ ਆ, ਕਈ ਵਾਰ ਰੋਪੜ ਤੋਂ ਪਰਲੇ ਪਾਸੇ ਚਲੇ ਜਾਣੇ ਤਾਂ ਸਾਨੂੰ ਇੱਥੇ ਵੀ ਮਿਲ ਜਾਂਦੀਆਂ ਮਾਰਚ ਦਾ ਸ਼ਹਿਦ। ਅੱਛਾ, ਇਹ ਖੋਲ ਕੇ ਕਿਵੇਂ ਚੈੱਕ ਕਰਦੇ ਹੋ? ਮਤਲਬ ਪਤਾ ਲੱਗਦਾ ਰਹਿੰਦਾ ਕਿ ਮਤਲਬ ਸ਼ਹਿਦ ਬਣਦਾ ਪਿਆ, ਮੱਖੀ ਬਣਾ ਰਹੀ ਹੈ ਸ਼ਹਿਦ? ਸਰ ਜੀ, ਇਹਦੀ ਵੀ ਪਹਿਚਾਣ ਹੈਗੀ। ਜਿਹੜੇ ਬੰਦੇ ਕੰਮ ਕਰਦਾ ਉਹਨਾਂ ਨੂੰ ਸਾਰੇ ਗੱਲ ਦਾ ਪਤਾ ਹੁੰਦਾ। ਕਿੰਨੇ ਟਾਈਮ ਬਾਅਦ ਖੋਲਦੇ ਫਿਰ ਇਹ? ਸਰ ਜੀ, ਇਹਨਾਂ ਨੂੰ ਤਾਂ ਮਨਾ ਹੁਣ ਜੇ ਮੱਖੀ ਜਾਊਗਾ ਇੱਕ ਵਾਰ ਚੈੱਕ ਕਰ ਲਿਆ ਤੇ ਸ਼ਹਿਦ ਕੀ ਹੁੰਦਾ, ਸ਼ਹਿਦ ਆਪਾਂ ਨੂੰ ਤਿਆਰ ਹੋ ਜਾਂਦਾ। ਉਹਦੇ ਬਾਅਦ 'ਚ ਕੀ ਕਰਦੇ ਆ, ਇੱਕ ਵਾਰ ਸ਼ਹਿਦ ਕੱਢ ਲਿਆ ਤੇ ਦੂਜਾ ਸ਼ਹਿਦ ਕੱਢਣ ਨੂੰ ਸਾਨੂੰ ਘੱਟ ਤੋਂ ਘੱਟ 10 ਦਿਨ ਲੱਗ ਜਾਂਦਾ। 10 ਦਿਨ ਦੇ ਵਿੱਚ ਸ਼ਹਿਦ ਕੱਢ ਲੈਣੀ ਆ। ਹੁਣ ਸਰੋਂ 'ਚ 10 ਦਿਨ ਦੇ ਬਾਅਦ ਸ਼ਹਿਦ ਮਿਲਣਾ ਸਾਨੂੰ। ਤੇ ਮਤਲਬ ਡੱਬੇ 'ਚ ਸ਼ਹਿਦ ਤਿਆਰ ਹੈ ਕਿਤੇ? ਨਹੀਂ, ਹਜੇ ਨਹੀਂ ਤਿਆਰ, ਹਜੇ ਤਾਂ ਸਰ ਕੁਝ ਵੀ ਨਹੀਂ ਹੈ। ਨਹੀਂ, ਹਜੇ ਤਾਂ ਇਹਨੂੰ ਪਾਲਣ ਵਾਸਤੇ ਹਜੇ ਖੰਡ ਪਾਇਆ ਹੋਇਆ ਥੋੜਾ ਕਰਕੇ। ਹੁਣ ਤਾਂ ਉੱਧਰ ਜਾ ਕੇ ਸ਼ਹਿਦ बनूगा, ਇੱਥੇ तो शहद बनता नहीं। ठीक है। हाँ जी। सर, ये होता क्या है कि जैसे कि हमने पहले सर्वे करने जाते हैं, जैसे राजस्थान में जाना हो तो हम पहले सर्वे करने जाते हैं कि कितने दिन में ये फसल की फूल आने वाले होते हैं। तो फूल के हिसाब से हम इससे माइग्रेशन करते हैं। जैसे 150 ख़त्म हो गए राजस्थान से, फिर आगे ये MP निकल जाते हैं कि हमें पता रहता है, हर साल हम चलते हैं ना इस हिसाब से कि किस टाइम किस फसल पे हमें जाना होता है। तो हर फसल के हिसाब से हम लोग इसको माइग्रेशन करते हैं। ये मेन होता है हमारा, फूल के हिसाब से हम चलते हैं। यहाँ तो हम इसलिए बैठे हैं कि हमारी गुजारिश यहाँ पे क्या है कि अपना घर भी है। दूसरी बात, जो गर्मियाँ के मौसम में रखी गई थी यहाँ पे, ये मार्च की टाइम रखे गए थे। उस टाइम क्या होता है, गर्मी बद से बद होता जी। तो ये छाँव वास्ते इधर ला के नाले नहर ते ठंडा पानी हो जाता ये, तो इनू सौखा होता जी। अब हुण की है जी कि राजस्थान चो सरसों तैयार हो गए, उन फूल च हुण तैयारी हो रही है। ये जितना भी है, ये जो आपको बता रहे हैं, ये भी सारा पैकिंग होने वाला है। ये गड्डी कल नहीं परसों तक ये लोड हो जाना जी, क्योंकि फूल उधर आना शुरू हो गया है। तो इसी हिसाब से हम सब फूल के हिसाब से निकलते हैं यहाँ से। ਅੱਛਾ, ਜਿਵੇਂ ਤੁਸੀਂ ਦੱਸਿਆ ਸੀ ਇੱਕ ਡੱਬੇ ਦੇ ਵਿੱਚ 25-30 ਕਿਲੋ ਸ਼ਹਿਦ ਬਣ ਜਾਂਦਾ, ਫਿਰ ਤੁਸੀਂ ਵੇਚਦੇ ਕਿਵੇਂ? ਜਿਵੇਂ ਸਰਕਾਰ ਵੱਲੋਂ ਇਹ ਮਤਲਬ ਇਹਦੀ ਮੰਡੀ ਲੱਗਦੀ ਨਹੀਂ ਕਿਤੇ, ਹਨਾ? ਸਰ ਜੀ, ਇਹਦਾ ਤਾਂ ਸਾਨੂੰ ਬਹੁਤ ਬੜਾ ਪ੍ਰੋਬਲਮ ਆ। ਇਹ ਤਾਂ ਮੈਂ ਤੁਹਾਨੂੰ ਕੀ ਦੱਸੀਏ, ਚਾਹੇ ਕਿਸੇ ਦਾ ਨਾਂ ਕਿਉਂ ਲਈਏ। ਇਹਦੀ ਜਿਹੜੀ ਸਰਕਾਰ ਤੁਹਾਡੇ ਮਾਰਫਤ, ਤੁਹਾਡਾ ਲੁਧਿਆਣਾ ਲਾਈਵ TV ਦੇ ਮਾਰਫਤ ਮੈਂ ਸਰਕਾਰ ਨੂੰ ਕੁਝ ਮੈਸੇਜ ਕਰਨਾ ਚਾਹਣਾ ਕਿ ਸਾਡੇ ਗੱਲ ਨੂੰ ਸੁਣੇ। ਜਿਹੜੇ ਸਾਡੇ ਬੀਕੀਪਰ ਆ ਉਹਨਾਂ ਨੂੰ ਬਹੁਤ ਬੜੀ ਇਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਆ। ਜੇ ਮੰਨ ਲਓ ਆਪਾਂ ਸ਼ਹਿਦ ਕੱਢ ਲਈਏ ਉਹਨਾਂ ਤੋਂ ਫਿਰ ਸਾਰੇ ਬੰਦਾ ਸ਼ਹਿਦ ਕੱਢ ਕੇ ਰੱਖੀ ਜਾਂਦੀ ਹੈ, ਫਿਰ ਉਹਦਾ ਮਨਮਰਜ਼ੀ ਹੋ ਜਾਂਦਾ। ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਕੰਪਨੀਆਂ ਦਾ ਰੇਟ ਕੀ ਆ। ਇਹਨਾਂ ਨੂੰ ਆਪਾਂ ਫੋਨ ਕਰਦੇ, ਇਹਦਾ ਨੰਬਰ ਹੁੰਦਾ ਕੰਪਨੀਆਂ ਦਾ, ਤਾਂ ਸਾਡੇ ਤੋਂ ਗੱਲ ਨਹੀਂ ਕਰਨੀ ਆ। ਇਹਨਾਂ ਦਾ ਨੰਬਰ ਹੁੰਦਾ ਸਾਡੇ ਕੋਲ, ਇਹਨੂੰ ਫੋਨ ਕਰਨਾ ਕਿ ਭਾਜੀ ਮੈਨੂੰ ਸ਼ਹਿਦ ਕੱਢਿਆ ਹੋਇਆ, ਤੁਸੀਂ ਸ਼ਹਿਦ ਲੈ ਲਓ, ਕਿਵੇਂ ਕਰੋਗੇ? ਉਹ ਸਾਨੂੰ ਕਹਿੰਦਾ ਕਿ ਹਜੇ ਰੇਟ ਨਹੀਂ ਖੁੱਲਿਆ, ਰੇਟ ਖੁੱਲੂਗਾ ਤਾਂ ਦੱਸਣਾ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਰੇਟ ਉਹਦਾ ਕਦ ਖੁੱਲਦਾ, ਕਦ ਕੀ ਹੁੰਦਾ। ਜੇ ਉਹਦੇ ਕੋਲ ਮਨ ਕਰ ਗਿਆ ਭਾਈ ਆਪਸ 'ਚ ਸਾਰੇ ਪਤਾ ਨਹੀਂ ਗੱਲ ਕਰ ਲੈਣਾ ਹੋਣਾ, ਕਿਉਂਕਿ ਜਿਹੜੇ 10-5 ਬੰਦੇ ਨੇ ਵਿਚੋਲੇ ਲੈਣ ਵਾਲੇ, ਉਹ ਗੱਲ ਕਰ ਲੈਂਦਾ ਆਪਸ 'ਚ ਕਿ ਭਾਈ ਇਹਨਾਂ ਨੂੰ ਕਹਿ ਦਿਓ ਕਿ ਭਾਈ 90 ਰੁਪਏ ਖੁੱਲ ਗਿਆ, 100 ਰੁਪਏ ਖੁੱਲ ਗਿਆ, ਕਦੇ ਕਹਿੰਦਾ 120 ਖੁੱਲ ਗਿਆ, 150 ਖੁੱਲ ਗਿਆ। ਇਹ ਸਾਨੂੰ ਪਤਾ ਨਹੀਂ ਲੱਗਦਾ। ਕਈ ਵਾਰ
ਕਹਿੰਦਾ ਹੁਣ ਤੋਂ ਆਗੇ ਪਰਚੇਜ ਹੈ ਨਹੀਂਗਾ, ਤਾਂ ਮੈਂ ਕਿਵੇਂ ਲਵਾਂ ਸ਼ਹਿਦ, ਸਾਡੇ ਕੋਲ ਪਰਚੇਜ ਨਹੀਂ ਹੈਗਾ। ਤਾਂ ਅਸੀਂ ਇਹ 'ਚ ਮਾਰ ਖਾ ਜਾਣੀ ਆ। ਜੇ ਸਾਨੂੰ ਐਗਜ਼ੈਕਟਲੀ ਪਤਾ ਲੱਗ ਜਾਵੇ ਕਿ ਸ਼ਹਿਦ ਦਾ ਰੇਟ 120 ਖੁੱਲਿਆ, 130 ਖੁੱਲਿਆ ਜਾਂ 50 ਖੁੱਲਿਆ ਜਾਂ ਜਿੰਨਾ ਵੀ ਖੁੱਲਿਆ, ਸਾਨੂੰ ਇਹ ਪਤਾ ਲੱਗ ਜਾਊਗਾ। ਫਿਰ ਉਹਨਾਂ ਨੂੰ ਜੇ ਆਪਾਂ ਸ਼ਹਿਦ ਵੇਚਾਂਗੇ, ਆਪਾਂ ਵੀ ਸੋਚਦੇ ਹਾਂ ਕਿ ਸਾਡੇ ਤੋਂ ਸ਼ਹਿਦ ਲੈ ਜਾਊਗਾ, ਉਹ ਵੀ ਕਮਾਊਗਾ, 5 ਰੁਪਏ 10 ਰੁਪਏ ਕਿਲੋ ਕਮਾ ਲੂਗਾ। ਪਰ ਸਾਨੂੰ ਇਸ ਤਰ੍ਹਾਂ ਦੀ ਕਦੇ ਪਤਾ ਨਹੀਂ ਲੱਗਿਆ ਕਿ ਕੀ ਰੇਟ ਖੁੱਲਦਾ ਹੁੰਦਾ, ਕੰਪਨੀਆਂ 'ਚ ਕੀ ਰੇਟ ਲੈਂਦੇ ਨੇ, ਇਹ ਆਪਸ 'ਚ ਕੰਪਨੀਆਂ ਕੀ ਕਰਦੇ ਨੇ ਇਹਦੇ ਨਾਲ, ਇਹ ਸਾਨੂੰ ਨਹੀਂ ਪਤਾ। ਤੇ ਮੈਂ ਤੁਹਾਡੇ ਮਾਰਫਤ 'ਚ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਹਰ ਚੀਜ਼ ਦਾ ਰੇਟ ਖੁੱਲਦਾ, ਤੁਹਾਡੇ ਮੰਡੀਆਂ 'ਚ ਜੀਰੀਆਂ ਦਾ ਵੀ ਰੇਟ ਖੁੱਲਦੀਆਂ, ਕਣਕ ਦਾ ਵੀ ਰੇਟ ਖੁੱਲਦਾ, ਮੱਕਾਂ ਦਾ ਵੀ ਰੇਟ ਖੁੱਲਦਾ। ਇਸ ਤਰ੍ਹਾਂ ਦੇ ਜੇ ਸਾਨੂੰ ਪਤਾ ਲੱਗ ਜਾਵੇ ਕਿ ਸ਼ਹਿਦ ਵਧੀਆ ਸ਼ਹਿਦ ਜਿਹੜੀ ਆ MR ਟੈਸਟ ਕਰਕੇ, ਜਿਹੜਾ ਵੀ ਟੈਸਟ ਹੁੰਦਾ ਉਹ ਟੈਸਟ ਕਰਕੇ ਆ ਰੇਟ ਤੁਹਾਨੂੰ ਮਿਲਣਗੇ। ਤਾਂ ਸਾਨੂੰ ਇਸ ਤਰ੍ਹਾਂ ਦੀ ਜੇ ਖੁੱਲ ਗਿਆ ਰੇਟ ਤਾਂ ਫਾਇਦਾ ਹੋਣਾ। ਦੂਜੀ ਗੱਲ, ਜੇ ਆਪਾਂ ਨੂੰ ਪੰਜਾਬ ਦੇ ਵਿੱਚ 2-4 ਮੰਡੀਆਂ ਵੜ ਕੇ ਕਈ ਦੁਕਾਨਾਂ ਖੁੱਲ੍ਹ ਜਾਵੇ ਕਿ ਅਸੀਂ ਜਾ ਕੇ ਉਸ ਥਾਂ 'ਤੇ ਜਾ ਕੇ ਵੇਚ ਲਈਏ, ਜੇ ਇਹ ਸੁਵਿਧਾ ਮਿਲ ਜਾਵੇ ਤਬ ਤਾਂ ਸਭ ਤੋਂ ਵਧੀਆ ਸਰ ਜੀ। ਇਹ ਤੁਹਾਡੇ ਮਾਰਫਤ 'ਚ ਕਹਿਣਾ ਚਾਹਣਾ ਕਿ ਸਾਨੂੰ ਇਸ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਵੇ। ਮਤਲਬ ਇਹੋ ਜਿਹਾ ਕੋਈ ਨਹੀਂ ਹੈਗਾ ਵੇਚਣ, ਜਿਵੇਂ ਵੇਚਦੇ ਹੋ ਫਿਰ ਆਮ ਬੰਦੇ ਨੂੰ ਵੇਚ ਦਿੰਦੇ ਹੋ? ਹਾਂਜੀ ਸਰ, ਸਾਨੂੰ ਫਿਰ ਕਿੱਥੇ ਲੈ ਕੇ ਜਾਵਾਂ ਸਰ। ਹੁਣ ਸਾਡਾ ਮੱਖੀ ਹੁੰਦਾ ਇੱਕ ਜੰਗਲ 'ਚ ਬੈਠੇ ਰਹਿਣੀਆਂ, ਉੱਥੇ ਸਾਨੂੰ ਸੇਫਟੀ ਨਹੀਂ ਮਿਲਦਾ, ਉਹਦੇ ਕਰਕੇ ਵੀ ਬੜਾ ਪ੍ਰੋਬਲਮ ਹੁੰਦਾ ਕਿ ਜੰਗਲਾਂ 'ਚ ਬੈਠਾ ਹੁੰਦਾ, ਕਈ ਵਾਰ ਚੋਰੀ ਚਕਾਰੀ ਵੀ ਹੁੰਦੀ ਆ। ਤੇ ਜੇ ਸਾਨੂੰ ਪਤਾ ਲੱਗ ਜਾਵੇ ਕਿ ਸਾਡਾ ਸ਼ਹਿਦ ਨਿਕਲ ਗਿਆ, ਉਹ ਥਾਂ 'ਤੇ ਜਾ ਕੇ ਅਸੀਂ ਵੇਚਣਾ, ਫਿਰ ਤੋਂ ਆਪਾਂ ਗੱਡੀ ਕਰਕੇ ਉਹਦੇ ਕੋਲ ਜਾ ਕੇ ਵੇਚ ਸਕਦੇ ਹਾਂ। ਪਰ ਸਾਨੂੰ ਜਦ ਨਾ ਵਿਕੇ ਇਹ ਲਾਰੇ ਲਾ ਲੈਂਦਾ, ਇਹਦੇ ਕਰਕੇ ਸਾਨੂੰ ਵੱਧ ਪਰੇਸ਼ਾਨੀ ਆਉਂਦਾ। ਜਿਹੜੇ ਤੁਹਾਡੇ ਵਰਗੇ ਲੋਕ ਨੇ ਮੱਖੀਆਂ ਪਾਲਦੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਸਾਰੇ ਬੰਦੇ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਜਿਵੇਂ ਸਾਨੂੰ ਅੱਜ ਲੁਧਿਆਣਾ ਲਾਈਵ TV ਦੇ ਮਾਰਫਤ ਸਾਨੂੰ ਇੱਕ ਕੰਪਲੇਨ ਕਰਨ ਦਾ ਮੌਕਾ ਮਿਲਿਆ, ਤੁਸੀਂ ਵੀ ਸਾਰੇ ਬੰਦੇ ਜਿੱਥੇ ਜਿੱਥੇ ਰਹਿੰਦੇ ਹੋ, ਸਾਰੇ ਨੂੰ ਇੱਕ ਪੰਜਾਬ ਸਰਕਾਰ ਨੂੰ ਅਰਦਾਸ ਕਰੋ ਕਿ ਬਾਈ ਸਾਨੂੰ ਇਸ ਤਰ੍ਹਾਂ ਦੀ ਕੋਈ ਸੁਵਿਧਾ ਦੇਵੇ ਕਿ ਸਾਨੂੰ ਵੇਚਣ ਨੂੰ, ਸ਼ਹਿਦ ਵੇਚਣ ਨੂੰ, ਰਹਿਣ ਨੂੰ ਸਾਨੂੰ ਸੁਵਿਧਾ ਮਿਲੇ। ਅੱਛਾ, ਜਿਹੜੀਆਂ ਮਧੂ ਮੱਖੀਆਂ ਸ਼ਹਿਦ ਬਣਾਉਂਦੀਆਂ, ਸ਼ਹਿਦ ਕਿਵੇਂ ਬਣਾ ਲੈਂਦੀਆਂ, ਜਿਵੇਂ ਚੂਸਦੀਆਂ ਨੇ? ਸਰ ਜੀ, ਮਧੂ ਮੱਖੀਆਂ ਜਦ ਫੁੱਲਾਂ 'ਚ ਜਾਂਦੀ ਆ, ਉਸ ਟਾਈਮ ਕੀ ਹੁੰਦਾ, ਉਹ ਪਾਣੀ ਵਰਗੇ ਹੁੰਦਾ। ਪਰ ਮਧੂ ਮੱਖੀਆਂ ਦੇ ਪੇਟ ਦੇ ਵਿੱਚ ਇਹੋ ਜਿਹਾ ਗੁਣ ਹੁੰਦਾ ਕਿ ਉਹ ਪਾਣੀ ਚੁਸ ਕੇ ਉਹਦੇ ਪੇਟ ਦੇ ਵਿੱਚ ਹੀ ਫਿਲਟਰ ਹੋਈ ਜਾਂਦਾ। ਜਦ ਇਹ ਰਾਸਤੇ 'ਚ ਆਵੇ, ਜਦ ਤੱਕ ਉਹ ਲਾਈਨਾਂ 'ਚ ਘੁੰਮਦਾ ਰਹਿਣਾ, ਜਦ ਤੱਕ ਕਿ ਉਹਦਾ ਸ਼ਹਿਦ ਦੇ ਰੂਪ 'ਚ ਮਲਟੀਪਲਾਈ ਨਾ ਹੋ ਜਾਵੇ। ਜਦ ਉਹ ਸ਼ਹਿਦ ਬਣ ਜਾਂਦਾ, ਫਿਰ ਉਹ ਡੱਬੇ ਦੇ ਵਿੱਚ ਜਾ ਕੇ ਇੱਕ ਆਪਾਂ ਕਹਿੰਦੇ ਹਾਂ ਕਿ ਉਲਟੀ ਕਰਨਾ, ਉਹ ਜਿਹੜੀ ਪੇਟ ਦੇ ਵਿੱਚ ਉਹ ਛੱਤੇ ਦੇ ਵਿੱਚ ਉਲਟੀ ਕਰ ਦਿੰਦਾ। ਫਿਰ ਉਹਦਾ ਕਈ ਕੰਮ ਜਿਹੜੇ ਅੰਦਰ ਮੱਖੀ ਹੁੰਦੇ ਨੇ, ਉਹ ਉਹਨੂੰ ਫਿਲਟਰ ਕਰਕੇ ਆਪਣੇ ਥਾਂ 'ਤੇ ਸੈੱਟ ਕਰਕੇ ਰੱਖਦੇ ਨੇ, ਅਤੇ ਉਹੀ ਸ਼ਹਿਦ ਬਣ ਜਾਂਦਾ। ਉਹਨੂੰ ਸ਼ਹਿਦ ਕਹਿੰਦੇ ਆਪਾਂ। ਇੱਕ ਮਧੂਮੱਖੀਆਂ ਦਾ ਉਲਟੀ ਹੋ ਗਿਆ, ਇਹ ਸ਼ਹਿਦ ਹੁੰਦਾ। ਉਹ ਮਿੱਠਾ ਲੱਗਦਾ? ਹਾਂਜੀ, ਉਹ ਮਿੱਠਾ ਲੱਗਦਾ। ਅੱਛਾ, ਕਈ ਲੋਕੀ ਰੱਖਦੇ ਨਹੀਂ ਮਧੂ ਮੱਖੀਆਂ ਦਾ ਸ਼ਹਿਦ, ਕਾਫੀ ਮਹਿੰਗਾ ਵਿਕਦਾ ਪਿਆ ਨਾ? ਹਾਂਜੀ। ਤੁਸੀਂ ਕਹਿੰਦੇ ਹੋ ਮਤਲਬ ਆਪਣੇ ਕੋਈ ਖਰੀਦਣ ਵਾਸਤੇ ਜਗ੍ਹਾ ਨਹੀਂ ਹੈਗੀ ਵੇਚਣ ਵਾਸਤੇ, ਇਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਮਧੂ ਮੱਖੀਆਂ ਦਾ ਜਿਹੜਾ ਵਪਾਰ ਕਰਨਾ ਚਾਹੀਦਾ? ਸਰ ਜੀ, ਮੈਂ ਮਧੂ ਮੱਖੀਆਂ ਤੁਹਾਡੇ ਮਾਰਫਤ ਤੇ ਮਧੂ ਮੱਖੀਆਂ ਜਿਹੜੇ ਬੀਕੀਪਰ ਭਾਈ ਨੇ ਸਾਡੇ, ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਕਿ ਵੀਰ ਜੀ, ਆਪਾਂ ਦੇਖ ਲਏ ਪੂਰੇ ਸਾਲ 'ਚ ਹੁਣ ਤੋਂ ਥੋੜ੍ਹੇ ਦਿਨ ਦੀ ਸੀਜ਼ਨ ਬਚ ਗਿਆ, ਹੋਰ ਤੋਂ ਸੀਜ਼ਨਾਂ ਖਤਮ ਹੋ ਗਿਆ, ਫਸਲ ਹੁੰਦਾ ਨਹੀਂ ਆ, ਉਹਦੇ ਕਰਕੇ ਤੁਸੀਂ ਇੱਕ ਸ਼ਹਿਦ ਤਿਆਰ ਕਰਦੇ ਹੋ। ਦੂਜੀ ਗੱਲ, ਆਪਾਂ ਨੂੰ ਪੋਲਨ ਜਿਹੜੀ ਹੁੰਦੀ ਹੈ ਉਹ ਵੀ ਤਿਆਰ ਕਰੋ ਕਿ ਤੁਹਾਨੂੰ ਜਿਹੜੇ ਆਮਦਨੀ ਆ ਉਹ ਐਕਸਟਰਾ ਹੋ ਜਾਵੇ। ਇੱਕ ਰਾਇਲ ਜਲੀ ਹੁੰਦੀ ਹੈ, ਉਹ ਵੀ ਟ੍ਰੇਨਿੰਗ ਸੈਂਟਰ 'ਚ ਦੱਸਦੇ ਨੇ ਕਿ ਕਿਵੇਂ ਤਿਆਰ ਕਰਨੀ ਆ, ਉਹ ਵੀ ਤਿਆਰ ਕਰੋ। ਆਪਾਂ ਨੂੰ ਵੱਧ ਤੋਂ ਵੱਧ ਫਾਇਦਾ ਇਸ ਤੋਂ ਲਓ, ਨਹੀਂ ਤਾਂ ਇਹ ਹੌਲੀ ਹੌਲੀ ਕੰਮ ਕੱਟੀ ਜਾਂਦਾ। ਹੁਣ ਸਾਡੇ ਪਾਸੇ ਮੱਖੀਆਂ ਦਾ ਤੋਂ ਜਿਹੜੀ ਇਹਦੀ ਜਾਤੀ ਵੀ ਕੱਟੀ ਜਾਂਦੀ ਆ, ਆਪਾਂ ਨੂੰ ਉਨੀ ਕਮਾਈ ਹੈ ਨਹੀਂ ਕਿ ਜਿੰਨੀ ਰਹਿ ਗਈ। ਮਹਿੰਗਾਈ ਹੋ ਗਈ, ਸਾਰੇ ਪਾਸੇ ਮਹਿੰਗਾਈ ਹੋ ਗਈ, ਜਿਹੜੀ ਰੇਟ ਆ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ। ਇਹਦੇ ਕਰਕੇ ਮਧੂਮੱਖੀਆਂ ਭਾਈ ਨੂੰ ਮੈਂ ਮੈਸੇਜ ਆਹੀ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਇਹ 'ਚ ਕਿਵੇਂ ਕਮਾਈ ਹੋ, ਉਹਦੇ ਰਾਹ ਚੱਲੀਏ। ਠੀਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ ਸਰ, ਤੁਸੀਂ ਤੁਹਾਡੇ ਮਾਧਿਅਮ 'ਚ ਸਾਡਾ ਇੰਨੀ ਕਹਿਣ ਦਾ ਮੌਕਾ ਮਿਲਿਆ, ਇੰਨੀ ਸਰਕਾਰ ਨਾਲ ਅਰਜ਼ੀ ਕਰਨ ਦਾ ਮੌਕਾ ਮਿਲਿਆ। ਧੰਨਵਾਦ ਸਰ, ਧੰਨਵਾਦ। ਆਸ ਕਰਦੇ ਹਾਂ ਕਿ ਅੱਜ ਦਾ ਤੁਹਾਨੂੰ ਪ੍ਰੋਗਰਾਮ ਬੜਾ ਵਧੀਆ ਲੱਗਿਆ ਹੋਊਗਾ। ਕਿਵੇਂ ਮਤਲਬ ਜਿਹੜੀਆਂ ਮਧੂ ਮੱਖੀਆਂ ਦਾ ਸ਼ਹਿਦ ਬਣਦਾ, ਸ਼ਹਿਦ ਦੇ ਕੀ ਫਾਇਦੇ ਨੇ, ਤੁਹਾਨੂੰ ਇਸ ਵੀਰ ਨੇ ਕਾਫੀ ਵਧੀਆ ਦੱਸਿਆ ਆ। ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਬੜਾ ਵਧੀਆ ਲੱਗਿਆ ਹੋਊਗਾ। ਲੁਧਿਆਣਾ ਲਾਈਵ ਦੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਤੁਹਾਨੂੰ ਚੀਜ਼ਾਂ ਦਿਖਾ ਸਕੀਏ। ਮੈਨੂੰ ਤੇ ਕੈਮਰਾਮੈਨ ਸੁਖਦੇਵ ਨੂੰ ਦਿਓ ਇਜਾਜ਼ਤ। ਧੰਨਵਾਦ।